ਮੇਰੀ ਪਤਨੀ ਨੇ ਇੱਕ ਨੌਕਰਾਣੀ ਰੱਖੀ ਸੀ। ਉਹ ਆਪਣਾ ਮੂੰਹ ਢੱਕ ਕੇ ਆਉਂਦੀ। ਮੈਂ ਉਹਦਾ ਕਦੇ ਮੂੰਹ ਨਹੀਂ ਦੇਖਿਆ ਸੀ। ਮੈਂ ਅੱਜ ਆਪਣੇ ਆਫਿਸ ਦੀ ਇੱਕ ਜ਼ਰੂਰੀ ਫਾਈਲ ਘਰ ਹੀ ਭੁੱਲ ਗਿਆ। ਇੱਕ ਜ਼ਰੂਰੀ ਮੀਟਿੰਗ ਤੋਂ ਪਹਿਲਾਂ ਮੈਨੂੰ ਉਸ ਫਾਈਲ ਦੀ ਜ਼ਰੂਰਤ ਸੀ। ਇਸ ਲਈ ਮੈਂ 11 ਵਜੇ ਹੀ ਘਰ ਵਾਪਸ ਆ ਗਿਆ। ਮੇਰੇ ਕੋਲ ਮੇਰੇ ਘਰ ਦੀ ਬਾਹਰੀ ਦਰਵਾਜ਼ੇ ਦੀਆਂ ਚਾਬੀਆਂ ਸੀ। ਇਸ ਲਈ ਮੈਂ ਦਰਵਾਜ਼ਾ ਖੋਲ੍ਹ ਕੇ ਘਰ ਦੇ ਅੰਦਰ ਦਾਖਲ ਹੋਇਆ। ਜਿਵੇਂ ਹੀ ਮੈਂ ਅੱਗੇ ਵਧਿਆ ਤਾਂ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਮੇਰੇ ਕਮਰੇ ਵਿੱਚੋਂ ਉੱਚੀ ਉੱਚੀ ਆਵਾਜ਼ ਆ ਰਹੀ ਸੀ। ਮੈਨੂੰ ਸ਼ੱਕ ਹੋਇਆ। ਮੈਨੂੰ ਦੇਖ ਕੇ ਤੇਜ਼ੀ ਨਾਲ ਉਹ ਭੱਜ ਗਈ। ਇਸ ਲਈ ਮੈਂ ਉਸ ਨੂੰ ਫੜ ਨਾ ਸਕਿਆ, ਪਰ ਉਸ ਦਾ ਦੁਪੱਟਾ ਮੇਰੇ ਹੱਥ ਵਿੱਚ ਆ ਗਿਆ। ਕੰਮ ਵਾਲੀ ਨੇ ਆਪਣਾ ਦੁਪੱਟਾ ਛੁਡਾਉਣ ਦੇ ਲਈ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਜਾਨ ਨਿਕਲ ਗਈ, ਕਿਉਂਕਿ ਨੌਕਰਾਣੀ ਦੇ ਭੇਸ ਵਿੱਚ ਤਾਂ ਮੇਰਾ ਨਾਮ ਰਮੇਸ਼ ਹੈ। ਮੇਰਾ ਜਨਮ ਇੱਕ ਵਧੀਆ ਪਰਿਵਾਰ ਵਿੱਚ ਹੋਇਆ। ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਵੈਸੇ ਤਾਂ ਮੇਰੇ ਵਿਆਹ ਘਰ ਵਾਲਿਆਂ ਦੀ ਪਸੰਦ ਨਾਲ ਹੋਇਆ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਨ ਲੱਗਿਆ। ਮੇਰਾ ਲਖਨਊ ਤੋਂ ਕਾਨਪੁਰ ਟਰਾਂਸਫਰ ਹੋਇਆ ਤਾਂ ਮੇਰੀ ਪਤਨੀ ਵੀ ਜਿੱਦ ਕਰਨ ਲੱਗੀ ਕਿ ਮੈਂ ਵੀ ਤੇਰੇ ਨਾਲ ਕਾਨਪੁਰ ਜਾਊਂਗੀ, ਕਿਉਂਕਿ ਵਿਆਹ ਤੋਂ ਪਹਿਲਾਂ ਉਹ ਕਾਨਪੁਰ ਹੀ ਰਹਿੰਦੀ ਸੀ। ਮੈਂ ਕੋਮਲ ਨੂੰ ਬਹੁਤ ਸਮਝਾਇਆ ਕਿ ਦੇਖ ਕੋਮਲ, ਕੁਝ ਦਿਨ ਇੱਥੇ ਰੁਕ ਜਾ, ਮੈਨੂੰ ਫਲੈਟ ਦੀ ਸੈਟਿੰਗ ਕਰਵਾਉਣ ਦੇ, ਮੈਂ ਤੈਨੂੰ ਉੱਥੇ ਬੁਲਾ ਲਵਾਂਗਾ। ਪਰ ਉਸਨੇ ਮੇਰੀ ਇੱਕ ਨਾ ਸੁਣੀ। ਇੱਧਰ ਮੇਰੇ ਮਾਤਾ ਪਿਤਾ ਵੀ ਨਾਰਾਜ਼ ਹੋ ਰਹੇ ਸੀ। ਉਹ ਕਹਿੰਦੇ ਸੀ ਕਿ ਤੂੰ ਆਪਣੀ ਪਤਨੀ ਨੂੰ ਸਾਡੇ ਕੋਲ ਛੱਡ ਕੇ ਜਾ, ਪਰ ਕੋਮਲ ਨੇ ਤਾਂ ਜੈਦੀ ਫੜ ਲਈ ਸੀ। ਮੈਂ ਉਸ ਨੂੰ ਆਪਣੇ ਨਾਲ ਕਾਨਪੁਰ ਲੈ ਆਇਆ। ਕਾਨਪੁਰ ਆਉਣ ਤੋਂ ਬਾਅਦ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਬਹੁਤ ਵਧੀਆ ਹੋ ਗਈ ਸੀ। ਅਸੀਂ ਸਾਰਾ ਦਿਨ ਘੁੰਮਦੇ ਫਿਰਦੇ ਹੋਟਲਾਂ ਵਿੱਚ ਖਾਣਾ ਖਾਂਦੇ, ਪਰ ਵਕਤ ਦੇ ਨਾਲ ਨਾਲ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਸੀ। ਪੈਦਾ ਹੋਣ ਲੱਗੀਆਂ ਸੀ ਸਮੱਸਿਆਵਾਂ, ਕਿਉਂਕਿ ਕੋਮਲ ਕੋਈ ਕੰਮ ਨਹੀਂ ਕਰਦੀ ਸੀ। ਘਰ ਬਹੁਤ ਗੰਦਾ ਰਹਿਣ ਲੱਗਿਆ। ਜਦੋਂ ਮੈਂ ਕੋਮਲ ਨੂੰ ਸਫਾਈ ਕਰਨ ਲਈ ਕਹਿੰਦਾ ਤਾਂ ਉਹ ਮੂੰਹ ਫੁਲਾ ਕੇ ਬੈਠ ਜਾਂਦੀ ਤੇ ਮੈਨੂੰ ਕਹਿੰਦੀ, ਮੈਂ ਕੋਈ ਕੰਮ ਵਾਲੀ ਥੋੜੀ ਆ। ਮੈਂ ਉਸ ਨੂੰ ਬਹੁਤ ਸਮਝਾਉਂਦਾ, ਨੇਹਾ ਭਾਬੀ ਤੇ ਕੋਮਲ ਭਾਬੀ ਕਿੰਨਾ ਕੰਮ ਕਰਦੀਆਂ ਨੇ, ਤੂੰ ਕਰ ਲਵੇਂਗੀ ਤਾਂ ਕੀ ਹੋ ਜਾਵੇਗਾ। ਉਹ ਚਿੜ ਕੇ ਕਹਿੰਦੀ, ਉਹਨਾਂ ਦੋਨਾਂ ਦੀ ਵਜ੍ਹਾ ਨਾਲ ਤਾਂ ਮੈਂ ਇੱਥੇ ਆਈ ਆ। ਉਹ ਖੁਦ ਤਾਂ ਮਸ਼ੀਨ ਬਣੀਆਂ ਰਹਿੰਦੀਆਂ, ਮੈਨੂੰ ਵੀ ਮਸ਼ੀਨ ਬਣਾਉਣਾ ਚਾਹੁੰਦੀਆਂ। ਹੁਣ ਮੈਂ ਉਸ ਦੀਆਂ ਇਹ ਗੱਲਾਂ ਦਾ ਕੀ ਜਵਾਬ ਦਿੰਦਾ। ਮੈਂ ਆਫਿਸ ਤੋਂ ਆ ਕੇ ਇਕੱਲੇ ਨੇ ਹੀ ਪੂਰੇ ਘਰ ਦੀ ਸਾਫ਼ ਸਫਾਈ ਕਰ ਦਿੰਦਾ ਸੀ। ਮੇਰੇ ਲਈ ਇੰਨਾ ਹੀ ਕਾਫੀ ਸੀ ਕਿ ਉਹ ਖਾਣਾ ਬਣਾ ਲੈਂਦੀ ਸੀ। ਸਾਡਾ ਸਭ ਕੁਝ ਵਧੀਆ ਚੱਲ ਰਿਹਾ ਸੀ। ਜ਼ਿੰਦਗੀ ਵਿੱਚ ਸ਼ਾਂਤੀ ਹੀ ਸ਼ਾਂਤੀ ਸੀ। ਪਰ ਅਚਾਨਕ ਪਤਾ ਨਹੀਂ ਕੀ ਹੋਇਆ, ਮੇਰੀ ਪਤਨੀ ਪਰੇਸ਼ਾਨ ਰਹਿਣ ਲੱਗ ਗਈ। ਗੱਲ-ਗੱਲ ਤੇ ਗੁੱਸੇ ਹੋ ਜਾਂਦੀ। ਇੱਕ ਦਿਨ ਕੋਮਲ ਨੇ ਦੱਸਿਆ ਕਿ ਮੈਨੂੰ ਇੱਕ ਕੰਮ ਵਾਲੀ ਮਿਲ ਗਈ। ਮੈਂ ਕਈ ਦਿਨਾਂ ਤੋਂ ਕੰਮ ਵਾਲੀ ਲੱਭ ਰਹੀ ਸੀ। ਮੇਰੀ ਪਤਨੀ ਮੈਨੂੰ ਕਹਿੰਦੀ, ਕੰਮ ਵਾਲੀ 2 ਘੰਟਿਆਂ ਲਈ ਆਵੇਗੀ ਤੇ ਪੂਰੇ ਘਰ ਦੀ ਸਾਫ਼ ਸਫਾਈ ਕਰ ਜਾਵੇਗੀ। ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਹੁਣ ਪੂਰੇ ਘਰ ਦੀ ਸਾਫ਼ ਸਫਾਈ ਮੈਨੂੰ ਨਹੀਂ ਕਰਨੀ ਪਵੇਗੀ। ਕੰਮ ਵਾਲੀ ਆਉਣ ਲੱਗੀ ਤੇ ਕੋਮਲ ਵੀ ਸੱਜ-ਧੱਜ ਕੇ ਰਹਿਣ ਲੱਗੀ। ਮੈਂ ਘਰ ਆਉਂਦਾ ਤਾਂ ਉਸ ਨੂੰ ਬਹੁਤ ਖੁਸ਼ ਦੇਖਦਾ। ਮੈਨੂੰ ਵੀ ਹੁਣ ਇਹ ਤਸੱਲੀ ਹੋ ਗਈ ਸੀ ਕਿ ਜੋ ਕੁਝ ਵੀ ਹੋ ਗਿਆ ਵਧੀਆ ਹੀ ਹੋ ਗਿਆ। ਪਰ ਇੱਕ ਦਿਨ ਮੈਂ ਆਫਿਸ ਦੀ ਇੱਕ ਜ਼ਰੂਰੀ ਫਾਈਲ ਘਰੇ ਭੁੱਲ ਗਿਆ। ਜਦੋਂ ਘਰ ਆ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੈਂ ਦੇਖਿਆ ਕਿ ਨੌਕਰਾਣੀ ਦੇ ਭੇਸ ਵਿੱਚ ਆਦਮੀ ਸੀ। ਮੈਂ ਆ ਕੇ ਆਪਣੀ ਪਤਨੀ ਤੇ ਗੁੱਸਾ ਕਰਨ ਲੱਗਿਆ ਤੇ ਉਸ ਨੂੰ ਪੁੱਛਿਆ ਕਿ ਆਪਣੇ ਘਰ ਨੌਕਰਾਣੀ ਦੇ ਭੇਸ ਵਿੱਚ ਕੌਣ ਸੀ। ਤਾਂ ਉਹ ਕਹਿਣ ਲੱਗੀ, ਤੇਰੀ ਕਸਮ, ਪਹਿਲਾਂ ਤੂੰ ਮੇਰੀ ਗੱਲ ਸੁਣ ਲਾ, ਫਿਰ ਮੈਂ ਤੈਨੂੰ ਉਸ ਨਾਲ ਮਿਲਵਾ ਵੀ ਦੇਵਾਂਗੀ। ਮੈਂ ਆਪਣੀ ਪਤਨੀ ਨੂੰ ਇੱਕ ਹੋਰ ਮੌਕਾ ਦੇ ਦਿੱਤਾ। ਮੈਂ ਚਾਹੁੰਦਾ ਸੀ ਕਿ ਉਹ ਮੇਰੀਆਂ ਸਾਰੀਆਂ ਸ਼ੰਕਾਵਾਂ ਦੂਰ ਕਰ ਦੇਵੇ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਕੋਮਲ ਨੇ ਆਪਣੇ ਹੰਝੂ ਪੂੰਝੇ ਤੇ ਕਹਿਣ ਲੱਗੀ, ਰਮੇਸ਼, ਅਸੀਂ 7 ਭੈਣਾਂ ਤੇ 1 ਭਰਾ ਸੀ। ਪਿਤਾ ਜੀ ਦਿਹਾੜੀ ਮਜ਼ਦੂਰ ਅਤੇ ਮਾਂ ਦਰਜੀ ਸੀ। ਅਸੀਂ ਸਾਰੇ ਛੋਟੇ-ਛੋਟੇ ਸੀ ਤੇ ਸਾਡੇ ਪੇਟ ਵੀ ਛੋਟੇ-ਛੋਟੇ, ਪਰ ਸਾਡਾ ਪੇਟ ਮਾਂ ਦੀ ਸਿਲਾਈ ਦੀ ਕਮਾਈ ਨਾਲ ਭਰ ਜਾਂਦਾ ਸੀ। ਜਦੋਂ ਅਸੀਂ ਵੱਡੇ ਹੋਏ ਤਾਂ ਸਾਡੀ ਭੁੱਖ ਵੀ ਵੱਧ ਗਈ। ਹੁਣ ਘੱਟ ਖਾਣਾ ਨਾਲ ਕਿੱਥੇ ਗੁਜ਼ਾਰਾ ਹੁੰਦਾ ਸੀ। ਮਾਂ ਦਾਲ ਬਣਾਉਣ ਵਾਲੇ ਬਰਤਨ ਚੁੱਲ੍ਹੇ ਤੇ ਚੜਾ ਦਿੰਦੀ ਸੀ ਤੇ ਜੀ ਭਰ ਕੇ ਦਾਲ ਵਿੱਚ ਪਾਣੀ ਪਾ ਦਿੰਦੀ ਸੀ। ਸਾਨੂੰ ਰੋਟੀਆਂ ਹਰ ਵਾਰੀ ਘੱਟ ਪੈ ਜਾਂਦੀਆਂ ਸੀ। ਅਸੀਂ ਖਾਲੀ ਪੇਟ ਹੀ ਉੱਠ ਜਾਂਦੇ ਸੀ। ਜਦੋਂ ਕਈ ਦਿਨ ਅਜਿਹੀ ਮੁਸੀਬਤ ਸਹਿਣੀ ਪਈ ਤਾਂ ਸਾਡੀ ਖਾਣਾ ਖਾਣ ਵਾਲੀ ਚਟਾਈ ਵੀ ਤਿੱਤਰ-ਬਿੱਤਰ ਹੋ ਗਈ। ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਤੋਂ ਖਾਣਾ ਖੋ-ਖੋ ਕੇ ਖਾਣ ਲੱਗੇ। ਮੇਰਾ ਸਭ ਤੋਂ ਛੋਟਾ ਭਰਾ ਸੀ। ਖਾਣਾ ਮੁੱਠੀਆਂ ਵਿੱਚ ਭਰ ਲੈਂਦਾ ਸੀ। ਅਸੀਂ ਸਾਰੇ ਉਸ ਨੂੰ ਕੁਝ ਨਹੀਂ ਕਹਿੰਦੇ ਸੀ। ਜਦੋਂ ਸਾਰੇ ਲੜ ਝਗੜ ਕੇ ਉੱਠ ਕੇ ਚਲੇ ਜਾਂਦੇ ਤਾਂ ਉਹ ਛੋਟੇ-ਛੋਟੇ ਹੱਥਾਂ ਨਾਲ ਰੋਟੀ ਦੇ ਟੁਕੜੇ ਕੱਢ ਕੇ ਮਾਂ ਨੂੰ ਖਵਾਉਣ ਲੱਗ ਜਾਂਦਾ। ਜਦੋਂ ਮਾਂ ਰੋਂਦੀ ਤਾਂ ਆਪਣੇ ਕਮੀਜ਼ ਨਾਲ ਉਸਦੇ ਹੰਝੂ ਪੂੰਝਦਾ। ਮੇਰੀ ਸਭ ਤੋਂ ਵੱਡੀ ਭੈਣ 17 ਸਾਲ ਦੀ ਸੀ
ਅਤੇ ਭਰਾ ਅਵੇ 4 ਸਾਲ ਦਾ। ਇਹ ਜੋ ਉਮਰ ਦਾ ਅੰਤਰ ਸੀ ਇਹ ਬਹੁਤ ਹੀ ਖਤਰਨਾਕ ਸੀ। ਭੈਣ ਦੀ ਵਿਆਹ ਦੀ ਉਮਰ ਹੁੰਦੀ ਜਾ ਰਹੀ ਸੀ, ਪਰ ਗਰੀਬੀ ਘਰ ਦੀ ਲੜਕੀ ਨਾਲ ਕੌਣ ਵਿਆਹ ਕਰਨਾ ਚਾਹੁੰਦਾ। ਹੁਣ ਸਾਨੂੰ ਆਪਣੇ ਭਰਾ ਤੋਂ ਬਹੁਤ ਹੀ ਆਸਾਂ ਸੀ। ਅਸੀਂ ਗਿਣ ਕੇ ਦਿਨ ਕੱਟ ਰਹੇ ਸੀ ਕਿ ਕਦੋਂ ਉਹ ਜਵਾਨ ਹੋਵੇ ਤੇ ਕਦੋਂ ਸਾਡੀ ਕਿਸਮਤ ਖੁੱਲੇਗੀ। ਅਵੇ ਜਵਾਨ ਹੋਇਆ ਤੇ ਅਸੀਂ ਸਾਰੀਆਂ ਭੈਣਾਂ ਪੱਕੀ ਉਮਰ ਦੀਆਂ ਹੋਣ ਲੱਗੀਆਂ। ਜਦੋਂ ਅਸੀਂ ਸਾਰੀਆਂ ਭੈਣਾਂ ਰੋਂਦੀਆਂ ਤਾਂ ਸਾਡਾ ਭਰਾ ਮੇਰੀ ਵੱਡੀ ਭੈਣ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ। ਮਾਂ ਮੇਰੇ ਭਰਾ ਨਾਲ ਲੜਦੀ ਕਿ ਤੂੰ ਇੱਕ ਮਰਦ ਆਂ। ਜਦੋਂ ਇੱਕ ਔਰਤ ਕਿਸੇ ਮਰਦ ਦੇ ਸਾਹਮਣੇ ਆਪਣੇ ਹੰਝੂ ਬਹਾਉਂਦੀ ਆ ਤਾਂ ਮਰਦ ਆਪਣੀ ਹਿੰਮਤ ਜੁਟਾ ਕੇ ਉਸਦੇ ਹੰਝੂ ਪੂੰਝ ਦਿੰਦਾ, ਖੁਦ ਰੋਣ ਨਹੀਂ ਬੈਠ ਜਾਂਦਾ। ਪਰ ਅਵੇ ਨੂੰ ਇਹ ਗੱਲਾਂ ਕਿੱਥੇ ਸਮਝ ਵਿੱਚ ਆਉਂਦੀਆਂ ਸੀ। ਉਹ ਵਿਚਾਰੇ ਦੇ ਤਾਂ ਸਾਡੇ ਤਰ੍ਹਾਂ ਹੀ ਨਸੀਬ ਫੁੱਟੇ ਸੀ। ਜਦੋਂ ਉਹ 17 ਸਾਲ ਦਾ ਹੋਇਆ ਤਾਂ ਮਾਂ ਨੇ ਉਸ ਨੂੰ ਬਿਜਲੀ ਦਾ ਕੰਮ ਸਿੱਖਣ ਦੇ ਲਈ ਲਗਾ ਦਿੱਤਾ, ਪਰ ਉਦੋਂ ਤੱਕ ਉਸਦੇ ਕੋਲ ਕੰਮ ਸਿੱਖਣ ਦੇ ਲਈ ਸਮਾਂ ਹੀ ਨਹੀਂ ਬਚਿਆ ਸੀ। ਮਾਂ ਦੀ ਅੱਖਾਂ ਦੀ ਰੌਸ਼ਨੀ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਹ ਸਿਲਾਈ ਨਹੀਂ ਕਰ ਸਕਦੀ ਸੀ। ਹੁਣ ਸਵੇਰ ਸ਼ਾਮ ਸਾਡੇ ਘਰ ਦੇ ਹਾਲਾਤ ਇੱਕੋ ਜਿਹੇ ਹੀ ਸੀ। ਅਸੀਂ ਭੁੱਖੇ ਰਹਿੰਦੇ। ਪਿਤਾ ਜੀ ਸ਼ਾਮ ਨੂੰ ਮਸਤ ਸ਼ਰਾਬ ਪੀ ਕੇ ਆਉਂਦੇ ਤੇ ਬਿਸਤਰੇ ਉੱਪਰ ਆ ਕੇ ਡਿੱਗ ਜਾਂਦੇ। ਮਾਂ ਰਾਤ ਨੂੰ ਭੁੱਖ ਦੇ ਕਾਰਨ ਰੋ ਰਹੀ ਹੁੰਦੀ। ਅਵੇ ਨੇ ਜਦੋਂ ਮਾਂ ਨੂੰ ਰੋਂਦੀ ਦੇਖਿਆ ਤਾਂ ਉਸਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਬਿਜਲੀ ਦਾ ਕੰਮ ਨਹੀਂ ਸਿੱਖੇਗਾ, ਦਿਹਾੜੀ ਮਜ਼ਦੂਰੀ ਕਰਕੇ ਘਰੇ ਪੈਸੇ ਲੈ ਕੇ ਆਵੇਗਾ। ਸਮੇਂ ਦੀ ਮੰਗ ਵੀ ਇਹੀ ਸੀ, ਕਿਉਂਕਿ ਘਰੇ ਕੁਝ ਵੀ ਖਾਣ ਨੂੰ ਨਹੀਂ ਹੁੰਦਾ ਸੀ। ਇੱਕ ਲੜਕਾ ਅਕਸਰ ਸਾਡੇ ਘਰੇ ਅਵੇ ਦੇ ਨਾਲ ਆਉਂਦਾ ਜਾਂਦਾ ਰਹਿੰਦਾ ਸੀ। ਉਹ ਉਮਰ ਵਿੱਚ ਅਵੇ ਤੋਂ ਕਾਫੀ ਵੱਡਾ ਸੀ, ਸ਼ਾਇਦ ਮੇਰੇ ਨਾਲੋਂ ਵੀ ਉਹ 1-2 ਸਾਲ ਵੱਡਾ ਹੀ ਹੋਵੇਗਾ। ਉਹ ਮਾਂ ਨੂੰ ਆ ਕੇ ਦਿਲਾਸਾ ਦਿੰਦਾ ਕਿ ਚਿੰਤਾ ਨਾ ਕਰੋ, ਸਭ ਕੁਝ ਠੀਕ ਹੋ ਜਾਵੇਗਾ। ਉਹ ਚੋਰੀ ਮੈਨੂੰ ਦੇਖਦਾ ਰਹਿੰਦਾ। ਉਸ ਨੂੰ ਮੈਂ ਚੰਗੀ ਲੱਗਣ ਲੱਗੀ ਸੀ ਅਤੇ ਉਸਨੇ ਮੈਨੂੰ ਕਿਹਾ ਸੀ ਕਿ ਜਦੋਂ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਮੈਂ ਤੈਨੂੰ ਵਿਆਹ ਕੇ ਲੈ ਜਾਵਾਂਗਾ। ਪਰ ਇੱਕ ਦਿਨ ਰੌਸ਼ਨ ਗਾਇਬ ਹੋ ਗਿਆ। ਮੈਨੂੰ ਉਮੀਦ ਸੀ ਕਿ ਉਹ ਇੱਕ ਦਿਨ ਵਾਪਸ ਜ਼ਰੂਰ ਆਵੇਗਾ। ਇਸ ਵਿੱਚ ਅਵੇ ਵੀ ਪੂਰਾ ਦਿਨ ਘਰ ਤੋਂ ਗਾਇਬ ਹੀ ਰਹਿਣ ਲੱਗਿਆ। ਹੁਣ ਤਾਂ ਉਹ ਵੀ ਰਾਤਾਂ ਨੂੰ ਬਾਹਰ ਹੀ ਗੁਜ਼ਾਰਨ ਲੱਗਿਆ ਸੀ। ਇੱਕ ਦਿਨ ਉਹ ਹਰ ਰੋਜ਼ ਦੀ ਤਰ੍ਹਾਂ ਘਰੋਂ ਗਿਆ ਤੇ ਵਾਪਸ ਹੀ ਨਹੀਂ ਆਇਆ। ਮਾਂ ਤੇ ਸਾਡਾ ਭੈਣਾਂ ਦਾ ਰੋ ਕੇ ਬੁਰਾ ਹਾਲ ਸੀ। ਮੇਰੀ ਮਾਂ ਪੂਰਾ ਦਿਨ ਇਸ ਤਰ੍ਹਾਂ ਰੋਂਦੀ ਰਹਿੰਦੀ ਜਿਵੇਂ ਘਰੇ ਮੌਤ ਹੋ ਗਈ ਹੋਵੇ। ਕਈ ਦਿਨ ਤੱਕ ਸਾਨੂੰ ਖਾਣਾ ਵੀ ਨਸੀਬ ਨਾ ਹੋਇਆ, ਜਿਸ ਦੇ ਚੱਲਦੇ ਮੇਰੀ ਵੱਡੀ ਭੈਣ ਮੀਨਾ ਦੀ ਮੌਤ ਹੋ ਗਈ। ਦੀਦੀ ਪੂਰੀ ਹੋ ਗਈ, ਪਰ ਮਾਂ ਨਾ ਰੋਈ, ਨਾ ਅਸੀਂ ਰੋਈਆਂ। ਮਾਂ ਨੇ ਕਿਹਾ ਮੀਨਾ ਦੀ ਭੁੱਖ ਮਰ ਗਈ। ਅਸੀਂ ਕਿਹਾ ਖੁਸ਼ ਨਸੀਬ ਸੀ ਉਹ ਜੋ ਮਰ ਗਈ ਤੇ ਖਹਿੜਾ ਛੁੱਟ ਗਿਆ। ਬਦਨਸੀਬ ਤਾਂ ਅਸੀਂ ਆ ਜੋ ਭੁੱਖ ਨਾਲ ਹਰ ਰੋਜ਼ ਮਰਦੀਆਂ। 1 ਮਹੀਨਾ ਲੰਘ ਗਿਆ। ਵਾਪਸ ਆਇਆ ਅਭੀ। ਉਸਦੇ ਕੋਲ ਬਹੁਤ ਸਾਰੇ ਪੈਸੇ ਸੀ। ਇੱਕ ਨੀਲੀ ਚੁੰਨੀ ਲੈ ਕੇ ਆ ਕੇ ਕਹਿੰਦਾ, ਮਾਂ ਇਹ ਮੈਂ ਮੀਨਾ ਲਈ ਲੈ ਕੇ ਆਇਆ। ਮਾਂ ਨੇ ਕਿਹਾ, ਪੁੱਤ ਉਹ ਤਾਂ ਇਸ ਦੁਨੀਆ ਤੋਂ ਕਦੋਂ ਦੀ ਚਲੀ ਗਈ। ਸਾਡੀਆਂ ਸਾਰੀਆਂ ਭੈਣਾਂ ਦੀ ਗਿਣਤੀ ਕਰਨ ਤੋਂ ਬਾਅਦ ਕਹਿੰਦਾ, ਮੀਨਾ ਕਿਉਂ ਮਰ ਗਈ? ਪਿਤਾ ਜੀ ਮਰ ਜਾਂਦੇ ਤਾਂ ਚੰਗਾ ਹੁੰਦਾ। ਅਵੇ ਹੁਣ ਗੱਲ ਤੇ ਰੋਂਦਾ ਨਹੀਂ ਸੀ। ਉਹ ਦੁੱਖ ਦੀ ਗੱਲ ਸੁਣ ਕੇ ਵੀ ਹੱਸ ਪੈਂਦਾ ਸੀ ਤੇ ਅਵੇ ਦੇ ਘਰ ਆਉਂਦੇ ਹੀ ਸਾਨੂੰ ਰੱਜ ਕੇ ਰੋਟੀ ਮਿਲਣ ਲੱਗੀ। ਮਾਂ ਅਵੇ ਨੂੰ ਪੁੱਛਣ ਲੱਗੀ ਕਿ ਤੂੰ ਇੱਥੇ ਇੰਨੇ ਪੈਸੇ ਕਿੱਥੋਂ ਲੈ ਕੇ ਆਇਆ? ਉਹ ਕਹਿੰਦਾ, ਮਾਂ ਮੇਰੀ ਨੌਕਰੀ ਲੱਗ ਗਈ। ਤਾਂ ਮਾਂ ਰੱਬ ਦਾ ਸ਼ੁਕਰਗੁਜ਼ਾਰ ਕਰਨ ਲੱਗੀ। ਹੁਣ ਅਵੇ ਦੇ ਦਿਨ ਰਾਤ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ। ਉਹ ਕਦੇ ਦਿਨ ਨੂੰ ਨਿਕਲ ਜਾਂਦਾ ਸੀ ਤੇ ਕਦੇ ਰਾਤ ਨੂੰ। ਕਦੇ ਤਾਂ ਸਾਰੀ ਰਾਤ ਘਰ ਨਾ ਆਉਂਦਾ। ਅਸੀਂ ਸਾਰੀਆਂ ਭੈਣਾਂ ਪੇਟ ਭਰ ਕੇ ਖਾਣਾ ਖਾਣ ਤੋਂ ਬਾਅਦ ਉਸ ਨੂੰ ਦੁਆ ਦਿੰਦੀਆਂ। ਅਵੇ ਮਾਂ ਨੂੰ ਕਹਿੰਦਾ ਕਿ ਮਾਂ ਜਦੋਂ ਮੈਂ ਕੰਮ ਕਰਕੇ ਬਾਹਰ ਤੋਂ ਆਉਣਾ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਉਹ ਜਦੋਂ ਘਰੇ ਆਉਂਦਾ ਤਾਂ ਮੂੰਹ ਲੁਕੋ ਕੇ ਅੰਦਰ ਚਲਿਆ ਜਾਂਦਾ ਤੇ ਆਰਾਮ ਕਰਨ ਤੋਂ ਬਾਅਦ ਹੀ ਬਾਹਰ ਆਉਂਦਾ। ਉਸ ਦੇ ਦਿਨ ਅਤੇ ਰਾਤ ਦੇ ਕੰਮ ਸਾਡੀ ਸਮਝ ਤੋਂ ਪਰੇ ਸੀ। ਫਿਰ ਇਹ ਹੋਇਆ ਕਿ ਜਦੋਂ ਪੇਟ ਭਰ ਕੇ ਖਾਣਾ ਮਿਲਣ ਲੱਗਿਆ ਤਾਂ ਅਕਲ ਵੀ ਜਾਗ ਉੱਠੀ। ਹੁਣ ਮਾਂ ਨੂੰ ਚਿੰਤਾ ਹੋਣ ਲੱਗੀ। ਮਾਂ ਉਸ ਦੇ ਕੰਮ ਬਾਰੇ ਪੁੱਛਦੀ ਤਾਂ ਉਹ ਟਾਲ ਦਿੰਦਾ। ਮਾਂ ਜਿੱਦ ਕਰਦੀ ਤਾਂ ਉਹ ਉੱਠ ਕੇ ਬਾਹਰ ਚਲਿਆ ਜਾਂਦਾ। ਇੱਕ ਦਿਨ ਜਦੋਂ ਪਿਤਾ ਜੀ ਘਰ ਆਏ ਤਾਂ ਉਹ ਨਸ਼ੇ ਵਿੱਚ ਨਹੀਂ ਸੀ। ਸਾਰੇ ਬੜੇ ਹੈਰਾਨ ਸੀ ਕਿ ਇਹਨਾਂ ਨੇ ਅੱਜ ਦਾਰੂ ਕਿਉਂ ਨਹੀਂ ਪੀਤੀ। ਘਰ ਆਉਂਦੇ ਹੀ ਉਸਨੇ ਅਵੇ ਨੂੰ ਜ਼ੋਰ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਕਮਰੇ ਤੋਂ ਬਾਹਰ ਆ ਗਿਆ ਅਵੇ ਵੀ। ਜਿਵੇਂ ਹੀ ਅਵੇ ਬਾਹਰ ਆਇਆ ਤਾਂ ਪਿਤਾ ਜੀ ਨੇ ਉਸਦੇ ਚਿਹਰੇ ਤੇ ਥੱਪੜ ਬਰਸਾਉਣੇ ਸ਼ੁਰੂ ਕਰ ਦਿੱਤੇ। ਪਿਤਾ ਜੀ ਕਹਿਣ ਲੱਗੇ, ਇਸ ਬੇਸ਼ਰਮ ਨੇ ਮੇਰੀ ਤਾਂ ਨਾ ਡਬੋ ਕੇ ਰੱਖ ਦਿੱਤਾ। ਮਾਂ ਨੇ ਕਿਹਾ, ਜੋ ਆਦਮੀ ਖੁਦ ਨਸ਼ੇ ਵਿੱਚ ਡੁੱਬਿਆ ਹੋਵੇ ਉਸ ਦਾ ਨਾਮ ਹੋਰ ਕੋਈ ਕਿਵੇਂ ਡਬੋ ਸਕਦਾ? ਪਿਤਾ ਜੀ ਕਹਿਣ ਲੱਗੇ, ਅਬੇ ਤੈਨੂੰ ਹਰਾਮ ਦਾ ਖਾਣਾ ਖਵਾ ਰਿਹਾ। ਮਾਂ ਵੀ ਅੱਜ ਰੁਕਣ ਵਾਲੀ ਨਹੀਂ ਸੀ। ਕਹਿਣ ਲੱਗੀ, ਤੂੰ ਤਾਂ ਅੱਜ ਤੱਕ ਸਾਨੂੰ ਇੱਕ ਨਵਾਲਾ ਤੱਕ ਖਵਾ ਕੇ ਨਹੀਂ ਦੇਖਿਆ, ਭਲਾ ਉਹ ਹਰਾਮ ਦਾ ਹੀ ਕਿਉਂ ਨਾ ਹੁੰਦਾ? ਪਿਤਾ ਜੀ ਅਵੇ ਦੇ ਜਾਨ ਦੇ ਦੁਸ਼ਮਣ ਬਣ ਗਏ।
ਉਹ ਅਵੇ ਨੂੰ ਜਾਣ ਤੋਂ ਮਾਰਨ ਦੀ ਧਮਕੀ ਦੇ ਰਹੇ ਸੀ। ਉਸ ਨੂੰ ਘਰ ਵਿੱਚੋਂ ਕੱਢਣਾ ਚਾਹੁੰਦੇ ਸੀ, ਪਰ ਮਾਂ ਆਪਣੀ ਜਿੱਦ ਤੇ ਅੜੀ ਰਹੀ। ਜਦੋਂ ਪਿਤਾ ਨੇ ਤਲਾਕ ਦੀ ਧਮਕੀ ਦਿੱਤੀ ਤਾਂ ਮਾਂ ਆਪਣੀਆਂ ਅੱਧੀ ਦਰਜਨ ਕੁੜੀਆਂ ਵੱਲ ਵੇਖ ਕੇ ਚੁੱਪ ਕਰਕੇ ਬੈਠ ਗਈ। ਉਸ ਦਿਨ ਪਿਤਾ ਜੀ ਨੇ ਅਵੇ ਨੂੰ ਅਪਮਾਨਿਤ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ। ਪਰ ਅਵੇ ਦੀਆਂ ਅੱਖਾਂ ਵਿੱਚ ਨਾ ਤਾਂ ਕੋਈ ਹੰਝੂ ਸੀ ਤੇ ਨਾ ਹੀ ਚਿਹਰੇ ਤੇ ਉਦਾਸੀ। ਅਵੇ ਘਰ ਛੱਡ ਕੇ ਚਲਿਆ ਗਿਆ। ਮਾਂ ਨੇ ਪਿਤਾ ਜੀ ਨੂੰ ਪੁੱਛਿਆ, ਮੇਰੇ ਬੇਟੇ ਨੇ ਅਪਰਾਧ ਕੀ ਕੀਤਾ ਸੀ? ਤਾਂ ਪਿਤਾ ਜੀ ਨੇ ਮਾਂ ਨੂੰ ਕੋਈ ਜਵਾਬ ਨਾ ਦਿੱਤਾ। ਅਵੇ ਨੇ ਘਰ ਤਾਂ ਛੱਡ ਦਿੱਤਾ ਸੀ, ਪਰ ਉਸ ਨੇ ਸਾਡੇ ਵੱਲੋਂ ਹੱਥ ਨਹੀਂ ਖਿੱਚਿਆ ਸੀ। ਉਹ ਹਰ ਮਹੀਨੇ ਸਾਨੂੰ ਚੰਗੇ ਪੈਸੇ ਭੇਜ ਦਿੰਦਾ ਸੀ। ਉਸ ਦੇ ਪੈਸਿਆਂ ਨਾਲ ਮਾਂ ਨੇ ਇੱਕ ਨਵੇਂ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਇਲਾਕੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿ ਅਸੀਂ ਕੀ ਕੁਝ ਸਹਿ ਕੇ ਆਏ ਹਾਂ। ਅਸੀਂ ਤਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਖਾਨਦਾਨੀ ਬਣ ਗਏ ਸੀ। ਮਾਂ ਨੇ ਸਾਡੇ ਲਈ ਰਿਸ਼ਤੇ ਲੱਭੇ ਅਤੇ ਸਾਡੇ ਵਿਆਹ ਕਰ ਦਿੱਤੇ। ਸਾਨੂੰ ਨਹੀਂ ਪਤਾ ਸੀ ਕਿ ਅਬੇ ਕਿੱਥੇ ਆ ਤੇ ਕਿਸ ਹਾਲ ਵਿੱਚ। ਪਰ ਕੱਲ ਜਦੋਂ ਮੈਂ ਬਾਜ਼ਾਰ ਗਈ ਤਾਂ ਮੇਰੀ ਮੁਲਾਕਾਤ ਅਬੇ ਦੇ ਦੋਸਤ ਰੌਸ਼ਨ ਨਾਲ ਹੋ ਗਈ। ਉਹ ਅਬੇ ਦੇ ਲਈ ਬਹੁਤ ਚਿੰਤਤ ਸੀ। ਉਸਨੇ ਹੱਥ ਜੋੜ ਕੇ ਮੈਨੂੰ ਬੇਨਤੀ ਕੀਤੀ ਕਿ ਮੈਂ ਅਬੇ ਨਾਲ ਮਿਲ ਲਵਾਂ, ਨਹੀਂ ਤਾਂ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇਗਾ। ਰਮੇਸ਼, ਪਲੀਜ਼ ਤੁਸੀਂ ਮੈਨੂੰ ਅਬੇ ਦੇ ਕੋਲ ਲੈ ਚੱਲੋ। ਮੈਂ ਕੋਮਲ ਦੀਆਂ ਗੱਲਾਂ ਤੋਂ ਚੁਕਰਾ ਗਿਆ। ਜਦੋਂ ਉਸਨੇ ਮੇਰੇ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਮੈਂ ਉਸਦੇ ਹੱਥ ਫੜ ਲਏ। ਮੈਂ ਉਸਨੂੰ ਕਿਹਾ ਕਿ ਮੈਂ ਤਾਂ ਤੇਰੇ ਤੋਂ ਸਿਰਫ ਇੰਨਾ ਪੁੱਛਣਾ ਸੀ ਕਿ ਉਹ ਕੰਮ ਵਾਲੀ ਮਾਸੀ ਆਪਣੇ ਘਰ ਆਈ ਸੀ, ਉਸਦੀ ਹਕੀਕਤ ਕੀ ਸੀ? ਤਾਂ ਉਹ ਕਹਿਣ ਲੱਗੀ, ਮੈਂ ਤੈਨੂੰ ਸਾਰਾ ਕੁਝ ਸੱਚ-ਸੱਚ ਦੱਸ ਦੇਵਾਂਗੀ, ਪਰ ਮੈਨੂੰ ਡਰ ਹੈ ਕਿ ਅਸਲੀਅਤ ਜਾਣਨ ਤੋਂ ਬਾਅਦ ਤੁਸੀਂ ਮੈਨੂੰ ਤਲਾਕ ਨਾ ਦੇ ਦੇਵੋ। ਪਰ ਤੁਸੀਂ ਮੇਰੇ ਨਾਲ ਮਿਲ ਕੇ ਪਹਿਲਾਂ ਅਬੇ ਨੂੰ ਲੱਭ ਲਵੋ, ਫਿਰ ਮੈਂ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗੀ। ਉਸ ਨੌਕਰਾਣੀ ਦਾ ਸੱਚ ਵੀ ਦੱਸ ਦੇਵਾਂਗੀ। ਮੈਂ ਹਮੇਸ਼ਾ ਦੀ ਤਰ੍ਹਾਂ ਆਪਣੀ ਪਤਨੀ ਕੋਮਲ ਦੀ ਗੱਲ ਮੰਨ ਲਈ। ਮੈਂ ਕੋਮਲ ਨੂੰ ਕਿਹਾ ਕਿ ਮੈਂ ਅਬੇ ਨੂੰ ਲੱਭ ਕੇ ਲਿਆਵਾਂਗਾ, ਪਰ ਪਹਿਲਾਂ ਮੈਨੂੰ ਉਸ ਰੌਸ਼ਨ ਦੀ ਵੀ ਯਾਦ ਸੀ। ਉਸ ਬਾਰੇ ਵੀ ਮੈਨੂੰ ਪਤਾ ਕਰਨਾ ਸੀ, ਕਿਉਂਕਿ ਉਹ ਮੇਰੀ ਪਤਨੀ ਨੂੰ ਕੋਮਲ ਨੂੰ ਪਿਆਰ ਕਰਦਾ ਸੀ। ਮੈਂ ਕੋਮਲ ਅਤੇ ਅਬੇ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਣੇ ਸਾਰੇ ਦੋਸਤਾਂ ਨੂੰ ਦੱਸ ਦਿੱਤਾ। ਜਦੋਂ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਤਾਂ ਉਹ ਕਾਫੀ ਪਰੇਸ਼ਾਨ ਕਰਨ ਵਾਲੀ ਸੀ। ਰੌਸ਼ਨ ਅਤੇ ਅਬੇ ਨੂੰ ਲੋਕ ਜੋ ਕੰਮ ਦੇ ਲਈ ਜਾਣਦੇ ਸੀ, ਕੋਮਲ ਆਪਣੇ ਕੰਨਾਂ ਨਾਲ ਸੁਣ ਲੈਂਦੀ ਤਾਂ ਡੁੱਬ ਕੇ ਮਰ ਜਾਂਦੀ। ਆਖਰ ਮੈਂ ਅਬੇ ਦੇ ਫਲਾਈਟ ਦਾ ਪਤਾ ਕਰਨ ਵਿੱਚ ਕਾਮਯਾਬ ਹੋ ਗਿਆ। ਆਫਿਸ ਤੋਂ ਜਦੋਂ ਸ਼ਾਮ ਨੂੰ ਮੈਂ ਘਰ ਆਇਆ ਤਾਂ ਮੈਂ ਕੋਮਲ ਨੂੰ ਕਿਹਾ, ਚੱਲ ਤਿਆਰ ਹੋ ਜਾ, ਆਪਾਂ ਅਬੇ ਨੂੰ ਮਿਲਣ ਜਾਵਾਂਗੇ। ਮੇਰੀ ਗੱਲ ਸੁਣ ਕੇ ਉਹ ਖੁਸ਼ੀ ਨਾਲ ਨੱਚ ਉੱਠੀ। ਉਸਨੇ ਤੁਰੰਤ ਦੁਪੱਟਾ ਆਪਣੇ ਸਿਰ ਤੇ ਲਿਆ ਤੇ ਕਿਹਾ, ਚਲੋ ਚੱਲੀਏ। ਤਾਂ ਅਸੀਂ ਦੋਨੋਂ ਇੱਕ ਪੌਸ਼ ਇਲਾਕੇ ਵਿੱਚ ਇੱਕ ਫਲੈਟ ਦੇ ਸਾਹਮਣੇ ਖੜੇ ਸੀ। ਮੈਂ ਡੋਰਬੈਲ ਵਜਾਈ ਤਾਂ ਰੌਸ਼ਨ ਨੇ ਦਰਵਾਜ਼ਾ ਖੋਲ੍ਹਿਆ। ਉਹ ਮੈਨੂੰ ਨਹੀਂ ਜਾਣਦਾ ਸੀ, ਇਸ ਲਈ ਉਸਨੇ ਕਿਹਾ, ਅਬੇ ਅੱਜ ਕੱਲ੍ਹ ਕੋਈ ਸ਼ੋਅ ਨਹੀਂ ਕਰ ਰਿਹਾ, ਤੁਸੀਂ ਇੱਥੋਂ ਜਾ ਸਕਦੇ ਹੋ। ਰੌਸ਼ਨ ਦਾ ਹੁਲੀਆ ਔਰਤਾਂ ਵਾਲਾ ਸੀ ਤਾਂ ਮੇਰੇ ਪਿੱਛੋਂ ਕੋਮਲ ਨਿਕਲ ਕੇ ਸਾਹਮਣੇ ਆ ਗਈ ਤਾਂ ਰੌਸ਼ਨ ਪਿੱਛੇ ਹਟ ਗਿਆ। ਅਸੀਂ ਫਲੈਟ ਦੇ ਅੰਦਰ ਗਏ ਤਾਂ ਸਾਹਮਣੇ ਅਬੇ ਬੈਠਾ ਸੀ। ਸਾਹਮਣੇ ਟੇਬਲ ਤੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਸਮਾਨ ਨਾਲ ਭਰਿਆ ਪਿਆ ਸੀ। ਕੋਮਲ ਨੂੰ ਵੇਖ ਕੇ ਉਸਨੇ ਰੌਸ਼ਨ ਨੂੰ ਇਸ਼ਾਰਾ ਕੀਤਾ। ਉਹ ਸਾਰੀਆਂ ਚੀਜ਼ਾਂ ਰੌਸ਼ਨ ਚੁੱਕ ਕੇ ਲੁਕੋ ਦਿੱਤੀਆਂ। ਅਬੇ ਤਾਂ ਆਪਣੀ ਭੈਣ ਨੂੰ ਵੀ ਨਹੀਂ ਮਿਲਿਆ ਸੀ। ਉਹ ਬੜੇ ਕਠੋਰ ਸੁਭਾਅ ਨਾਲ ਬੋਲਿਆ, ਕੀ ਕਰਨ ਆਈ ਆ ਇੱਥੇ? ਕੋਮਲ ਆਪਣੇ ਭਰਾ ਦੀ ਇਹ ਹਾਲਤ ਦੇਖ ਕੇ ਰੋ ਪਈ ਤੇ ਬੋਲੀ, ਤੇਰੀ ਕੀ ਹਾਲਤ ਹੋ ਗਈ ਆ ਅਬੇ? ਅਬੇ ਬੋਲਿਆ, ਕੀ ਸੁਣੇਗੀ, ਰਹਿਣ ਦੇ, ਕਿੱਥੇ ਮੈਂ ਸ਼ੁਰੂ ਕਰਾਂ ਤੇ ਕਿੱਥੋਂ ਖਤਮ? ਕੀ ਤੂੰ ਇਹ ਸੁਣਨ ਆਈ ਆ ਮੇਰੇ ਕੋਲੋਂ ਕਿ ਮੈਂ ਪੂਰੇ ਕਾਨਪੁਰ ਸ਼ਹਿਰ ਦਾ ਸਭ ਤੋਂ ਮਸ਼ਹੂਰ ਕਿੰਨਰ ਆ? ਅਬੇ ਕਹਿਣ ਲੱਗਾ, ਤੈਨੂੰ ਯਾਦ ਆ ਨਾ, ਮੀਨਾ ਭੁੱਖ ਨਾਲ ਮਰ ਗਈ ਸੀ। ਤੈਨੂੰ ਤਾਂ ਯਾਦ ਹੀ ਹੋਵੇਗਾ, ਪਰ ਤੂੰ ਇਹ ਨਹੀਂ ਜਾਣਦੀ ਕਿ ਇੱਕ ਦਿਨ ਤੇਰਾ ਭਰਾ ਅਬੇ ਵੀ ਭੁੱਖ ਨਾਲ ਮਰ ਗਿਆ ਸੀ। ਉਸ ਦੇ ਸਰੀਰ ਵਿੱਚ ਇੱਕ ਨਵੀਂ ਆਤਮਾ ਪੈਦਾ ਹੋ ਗਈ ਸੀ, ਇੱਕ ਕਿੰਨਰ ਦੀ ਆਤਮਾ। ਘਰ ਵਿੱਚ ਗਰੀਬੀ ਸੀ, ਇਸ ਲਈ ਰੌਸ਼ਨ ਨੇ ਮੈਨੂੰ ਕਿਹਾ ਕਿ ਰਾਤ ਨੂੰ ਲਿਪਸਟਿਕ ਲਗਾ ਕੇ ਭੀਖ ਮੰਗਦੇ ਹਾਂ। ਮੈਂ ਉਸ ਦੀ ਗੱਲ ਮੰਨ ਲਈ, ਪਰ ਉਹ ਰਾਤ ਸਾਨੂੰ ਭੀਖ ਨਹੀਂ ਮਿਲੀ ਸੀ, ਤਾਨੇ ਮਿਲੇ ਸੀ, ਘਟੀਆ ਸੁਣਨ ਨੂੰ ਮਿਲਿਆ ਸੀ। ਹੁਣ ਮੈਂ ਤੇ ਰੌਸ਼ਨ ਰਾਤ ਨੂੰ ਮੇਕਅਪ ਕਰਕੇ ਭੀਖ ਮੰਗਦੇ। ਇੱਕ ਰਾਤ ਸਾਨੂੰ ਕਿੰਨਰਾਂ ਦੇ ਗੁਰੂਆਂ ਨੇ ਅਗਵਾ ਕਰ ਲਿਆ ਸੀ। ਉਹਨਾਂ ਨੇ ਕਈ ਦਿਨ ਸਾਨੂੰ ਭੁੱਖਾ ਰੱਖਿਆ ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਕੁੱਟਿਆ, ਕਿਉਂਕਿ ਅਸੀਂ ਇੱਕ ਮਰਦ ਹੋ ਕੇ ਤੀਜੇ ਜੀਣ ਦੇ ਹੱਕ ਨੂੰ ਲੁੱਟ ਰਹੇ ਸੀ। ਅਸੀਂ ਕੁੱਟ-ਕੁੱਟ ਖਾ ਕੇ ਦੋਨਾਂ ਨੇ ਆਪਣੇ ਹਾਲਾਤ ਉਹਨਾਂ ਨੂੰ ਦੱਸੇ ਤਾਂ ਉਹਨਾਂ ਦਾ ਦਿਲ ਨਰਮ ਪੈ ਗਿਆ ਤੇ ਉਹਨਾਂ ਨੇ ਪੈਸੇ ਵਗੈਰਾ ਦੇ ਕੇ ਸਾਨੂੰ ਭੇਜ ਦਿੱਤਾ। ਪਰ ਜਦੋਂ ਮੈਂ ਘਰ ਆਇਆ ਤਾਂ ਮੀਨਾ ਮਰ ਗਈ ਸੀ। ਮੈਂ ਅੰਦਰੋਂ ਟੁੱਟ ਗਿਆ ਤੇ ਸੋਚਿਆ ਕਿ ਕਿਤੇ ਤੁਸੀਂ ਵੀ ਨਾ ਭੁੱਖ ਨਾ ਮਰ ਜਾਵੋ। ਇਸ ਲਈ ਮੈਂ ਰਾਤ ਨੂੰ ਹਰ ਰੋਜ਼ ਮੇਕਅਪ ਲਗਾ ਕੇ ਮੰਗਦਾ ਸੀ। ਮੈਨੂੰ ਚੰਗੇ ਪੈਸੇ ਮਿਲਣ ਲੱਗੇ ਤਾਂ ਘਰ ਦੇ ਹਾਲਾਤ ਵੀ ਸੁਧਰਨ ਲੱਗੇ। ਪਰ ਹਮੇਸ਼ਾ ਹਰਾਮ ਦੀ ਪੀਣ ਵਾਲੇ ਮੇਰੇ ਪਿਤਾ ਨੂੰ
ਮੇਰੀ ਕਮਾਈ ਹਰਾਮ ਦੀ ਕਿਵੇਂ ਲੱਗ ਗਈ। ਉਸ ਨੂੰ ਕਿਸੇ ਨੇ ਦੱਸ ਦਿੱਤਾ ਕਿ ਮੈਂ ਕਿੰਨਰ ਬਣ ਕੇ ਸੜਕ 'ਤੇ ਭੀਖ ਮੰਗਦਾ। ਉਸ ਨੇ ਮੈਨੂੰ ਘਰ ਤੋਂ ਕੱਢ ਦਿੱਤਾ ਤੇ ਮੈਂ ਵੀ ਜਿੱਦ 'ਚ ਆ ਗਿਆ ਕਿ ਉਸ ਗੁਰੂ ਕੋਲ ਚਲਾ ਗਿਆ ਜਿਸ ਨੇ ਮੈਨੂੰ ਅਗਵਾ ਕੀਤਾ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਸੀਂ ਆਪਣੇ ਨਾਲ ਰੱਖ ਲਓ। ਉਹ ਹੱਸਣ ਲੱਗਾ ਤੇ ਉਸ ਦੇ ਸ਼ਬਦ ਅੱਜ ਵੀ ਮੈਨੂੰ ਯਾਦ ਆ। ਉਹ ਬੋਲ ਰਿਹਾ ਸੀ, ਜੇ ਤੂੰ ਨੱਚਣਾ ਤੇ ਗਾਉਣਾ ਸਿੱਖ ਲਿਆ ਪਰ ਤੂੰ ਬਹੁਤ ਅੱਗੇ ਜਾਵੇਂਗਾ ਕਿਉਂਕਿ ਤੇਰੇ ਵਿੱਚ ਨਜਾਕਤ ਬਹੁਤ ਆ। ਤਾਂ ਮੈਂ ਫਿਰ ਸਭ ਕੁਝ ਸਿੱਖ ਲਿਆ। ਮੈਂ ਆਪਣੇ ਸ਼ਰਾਬੀ ਬਾਪ ਦੇ ਹੱਥੋਂ ਮਜਬੂਰ ਹੋ ਕੇ ਮਰਦ ਤੋਂ ਕਿੰਨਰ ਬਣ ਗਿਆ ਸੀ। ਪੂਰੇ ਸ਼ਹਿਰ ਵਿੱਚ ਮੇਰੇ ਨਾਮ ਦਾ ਡੰਕਾ ਵੱਜਣ ਲੱਗਾ। ਲੋਕ ਮੈਨੂੰ ਦੂਰੋਂ ਦੂਰੋਂ ਆਪਣੇ ਵਿਆਹਾਂ ਹੋਰ ਫੰਕਸ਼ਨਾਂ ਦੇ ਲਈ ਬੁਲਾਉਂਦੇ। ਮੈਂ ਜਾਂਦਾ ਤੇ ਡਾਂਸ ਕਰਕੇ ਖੂਬ ਪੈਸੇ ਕਮਾਉਂਦਾ। ਫਿਰ ਉਹ ਪੈਸੇ ਮੈਂ ਤੁਹਾਨੂੰ ਭੇਜ ਦਿੰਦਾ। ਪਰ ਮੈਨੂੰ ਆਪਣੇ ਆਪ 'ਤੇ ਗੁੱਸਾ ਵੀ ਬਹੁਤ ਆਉਂਦਾ। ਮੈਂ ਕਿਹੋ ਜਿਹਾ ਮਰਦ ਹਾਂ ਜੋ ਹਾਲਾਤ ਤੋਂ ਤੰਗ ਆ ਕੇ ਕਿੰਨਰ ਬਣ ਗਿਆ ਸੀ। ਤੁਹਾਡੇ ਵਿੱਚੋਂ ਕਿਸੇ ਇੱਕ ਭੈਣ ਦਾ ਵਿਆਹ ਹੁੰਦਾ ਤਾਂ ਮੈਂ ਆਪਣੇ ਸਾਰੇ ਪ੍ਰੋਗਰਾਮ ਬੰਦ ਕਰਕੇ ਲੜਕੇ ਵਾਲੇ ਕੱਪੜੇ ਪਾ ਕੇ ਖੁਸ਼ ਹੋ ਜਾਂਦਾ ਸੀ ਕਿ ਤੁਹਾਡੇ ਸਿਰ 'ਤੇ ਹੱਥ ਰੱਖ ਕੇ ਵਿਦਾ ਕਰਾਂ। ਫਿਰ ਇਹ ਸੋਚ ਕੇ ਚੁੱਪ ਹੋ ਕੇ ਬੈਠ ਜਾਂਦਾ ਕਿ ਜੇ ਉੱਥੇ ਮੈਨੂੰ ਕਿਸੇ ਬਰਾਤੀ ਨੇ ਪਹਿਚਾਣ ਲਿਆ ਤਾਂ ਕੀ ਹੋਵੇਗਾ। ਬਸ ਇਹੀ ਸੋਚ ਕੇ ਫਿਰ ਰੋਣ ਲੱਗ ਜਾਂਦਾ। ਫਿਰ ਤੁਹਾਡਾ ਇੱਕ ਇੱਕ ਕਰਕੇ ਸਾਰੀਆਂ ਭੈਣਾਂ ਦਾ ਵਿਆਹ ਹੋ ਗਿਆ। ਪਿਤਾ ਜੀ ਬਿਲਕੁਲ ਬੇਫਿਕਰ ਹੋ ਗਏ। ਮੈਨੂੰ ਤਾਂ ਪਤਾ ਨਹੀਂ ਸੀ ਕਿ ਮੇਰੀ ਮਾਂ ਮੇਰੇ ਪੈਸਿਆਂ ਵਿੱਚੋਂ ਉਸ ਬੇਫਿਕਰ ਇਨਸਾਨ ਨੂੰ ਵੀ ਪੈਸੇ ਦਿੰਦੀ ਆ। ਉਹ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਇੱਕ ਸਮਾਰੋਹ ਵਿੱਚ ਪਰਫਾਰਮੈਂਸ ਕਰ ਰਿਹਾ ਸੀ। ਮੇਰੀ ਨਜ਼ਰ ਉਸ 'ਤੇ ਪਈ ਜਿਸ ਆਦਮੀ ਨੂੰ ਆਪਾਂ ਬਾਪ ਕਹਿੰਦੇ ਸੀ। ਉਹ ਨਸ਼ੇ ਵਿੱਚ ਧੁੱਤ ਸੀ ਤੇ ਮੇਰੇ ਮੇਕਅਪ ਦੇ ਪਿੱਛੇ ਲੁਕੇ ਹੋਏ ਚਿਹਰੇ ਨੂੰ ਪਹਿਚਾਣ ਨਹੀਂ ਸਕਿਆ। ਪਿਤਾ ਜੀ ਮੇਰੇ ਇੱਕ ਇੱਕ ਠੁਮਕੇ ਉੱਤੇ ਪੈਸਿਆਂ ਦੀ ਬਰਸਾਤ ਕਰ ਰਿਹਾ ਸੀ। ਮੈਂ ਉਹ ਫੰਕਸ਼ਨ ਪੂਰਾ ਕਰਨ ਤੋਂ ਬਾਅਦ ਆਪਣੇ ਪਿਤਾ ਜੀ ਦੇ ਕੰਨ ਵਿੱਚ ਜਾ ਕੇ ਕਿਹਾ, ਪਿਤਾ ਜੀ ਮੈਂ ਅਬੇ, ਕੀ ਮੈਂ ਸਭ ਨੂੰ ਦੱਸ ਦੇਵਾਂ ਕਿ ਤੁਸੀਂ ਮੈਨੂੰ ਜਨਮ ਦਿੱਤਾ। ਮੇਰੇ ਹਰਾਮ ਦੇ ਪੈਸਿਆਂ ਤੋਂ ਤੂੰ ਬਹੁਤ ਵੱਡਾ ਇੱਜ਼ਤਦਾਰ ਬਣ ਕੇ ਬੈਠਾ। ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਮੇਰੇ ਮੂੰਹ 'ਤੇ ਥੁੱਕ ਦਿੱਤਾ। ਕੋਮਲ ਆਪਣੇ ਭਰਾ ਦੇ ਗਲ ਲੱਗ ਕੇ ਉੱਚੀ ਉੱਚੀ ਰੋ ਰਹੀ ਸੀ। ਮੇਰੇ ਅਤੇ ਰੌਸ਼ਨ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ। ਅਬੇ ਨੇ ਕਿਹਾ, ਪਿਤਾ ਜੀ ਨੇ ਉਸ ਬੇਟੇ ਦੇ ਚਿਹਰੇ 'ਤੇ ਥੁੱਕਿਆ ਸੀ ਜਿਸ ਨੇ ਉਸ ਦੀ ਵਜ੍ਹਾ ਨਾਲ ਆਪਣੀ ਮਰਦਾਨਗੀ ਗਵਾ ਦਿੱਤੀ ਸੀ ਤੇ ਆਪਣੀ ਇੱਜ਼ਤ ਨੂੰ ਮਾਰ ਦਿੱਤਾ ਸੀ। ਪਿਤਾ ਜੀ ਨੇ ਆਪਣੇ ਸਾਰਿਆਂ ਨਾਲ ਬਹੁਤ ਧੱਕਾ ਕੀਤਾ। ਇਹ ਸਭ ਹਾਲਾਤ ਦੇਖ ਕੇ ਮੈਂ ਪੈਸੇ ਭੇਜਣੇ ਬੰਦ ਕਰ ਦਿੱਤੇ। ਮਾਂ ਵੀ ਪਿਤਾ ਜੀ ਨੂੰ ਛੱਡ ਕੇ ਆਪਣੀ ਦੂਜੀ ਬੇਟੀ ਦੇ ਘਰ ਚਲੀ ਗਈ। ਹੁਣ ਤਾਂ ਖੈਰ ਮੈਂ ਨੱਚਣਾ ਵੀ ਛੱਡ ਦਿੱਤਾ। ਇਸ ਲਈ ਮੇਰੀ ਇਹ ਹਾਲਤ ਆ। ਮੈਂ ਭਰਾ ਹੋਣ ਦਾ ਫਰਜ਼ ਨਿਭਾ ਦਿੱਤਾ ਤੇ ਆਪਣੀਆਂ ਭੈਣਾਂ ਦਾ ਵਿਆਹ ਕਰ ਦਿੱਤਾ। ਹੁਣ ਮੈਂ ਇਸ ਜੀਵਨ ਨੂੰ ਛੱਡ ਕੇ ਸਭ ਤੋਂ ਲੁਕ ਕੇ ਰਹਿਣਾ ਚਾਹੁੰਦਾ। ਕੋਮਲ ਅਤੇ ਅਬੇ ਦੇ ਚਿਹਰੇ 'ਤੇ ਬਹੁਤ ਦੁੱਖ ਭਰੀ ਆਸਾਨੀ ਨਾਲ ਦੇਖ ਸਕਦੀ ਸੀ। ਕੋਮਲ ਨੇ ਕਿਹਾ ਕਿ ਅਬੇ, ਤੂੰ ਸਾਡੇ ਭੈਣਾਂ ਦੇ ਲਈ ਜੋ ਕੁਝ ਵੀ ਕੀਤਾ, ਅਸੀਂ ਤੇਰਾ ਕਰਜ਼ ਸਾਰੀ ਉਮਰ ਨਹੀਂ ਚੁਕਾ ਸਕਦੀਆਂ। ਤੇਰੀ ਵਜ੍ਹਾ ਨਾਲ ਹੀ ਅਸੀਂ ਆਪਣੇ ਘਰ ਵਿੱਚ ਖੁਸ਼ ਭਰੀ ਜ਼ਿੰਦਗੀ ਗੁਜ਼ਾਰ ਰਹੀਆਂ। ਮੁਸੀਬਤ ਵਿੱਚੋਂ ਤੂੰ ਗੁਜ਼ਰ ਰਿਹਾ। ਤੂੰ ਜਾਣਦਾ ਕਿ ਪਿਤਾ ਜੀ ਭੀਖ ਮੰਗਣ ਲੱਗੇ ਹਨ। ਇੱਕ ਦਿਨ ਸਾਡੇ ਘਰੇ ਦਰਵਾਜ਼ੇ 'ਤੇ ਪਿਤਾ ਜੀ ਭੀਖ ਮੰਗਣ ਲਈ ਆਏ। ਮੈਂ ਤਾਂ ਦੇਖ ਕੇ ਹੈਰਾਨ ਹੋ ਗਈ ਤੇ ਮੈਂ ਉਸ ਨੂੰ ਆਪਣੇ ਘਰ ਬੁਲਾ ਲਿਆ ਤੇ ਕਿਹਾ ਕਿ ਤੂੰ ਮੇਰੇ ਘਰ ਦੀ ਸਫਾਈ ਕਰ ਦਿਆ ਕਰ, ਮੈਂ ਤੈਨੂੰ 2 ਵਕਤ ਦੀ ਰੋਟੀ ਦੇ ਦਿਆ ਕਰਾਂਗੀ। ਬੜੀ ਮੁਸ਼ਕਲ ਨਾਲ ਸਫਾਈ ਕਰਦੇ ਆ। ਹੁਣ ਉਹਦੀ ਬੁੱਢੀਆਂ ਹੱਡੀਆਂ ਵਿੱਚ ਇੰਨੀ ਜਾਨ ਨਹੀਂ ਕਿ ਉਹ ਕੰਮ ਕਰ ਸਕਣ। ਪਰ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਭੀਖ ਮੰਗਣ ਸਾਰੀ ਜ਼ਿੰਦਗੀ, ਕਿਉਂਕਿ ਆਪਣੇ ਪਿਤਾ ਜੀ ਨੇ ਹੀ ਸਾਰੀ ਜ਼ਿੰਦਗੀ ਮੁਫਤ ਦੀਆਂ ਰੋਟੀਆਂ ਤੋੜੀਆਂ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਹੁਣ ਵੀ ਅਜਿਹਾ ਹੀ ਕਰਨ। ਮੈਂ ਉਸ ਆਦਮੀ ਤੋਂ ਆਪਣਾ ਹਿਸਾਬ ਲੈਣਾ ਚਾਹੁੰਦੀ ਸੀ। ਫਿਰ ਕੋਮਲ ਨੇ ਮੇਰੇ ਵੱਲ ਮੁੜ ਕੇ ਕਿਹਾ, ਰਮੇਸ਼, ਉਹ ਕੰਮ ਵਾਲੀ ਦੇ ਰੂਪ ਵਿੱਚ ਆਉਣ ਵਾਲਾ ਆਦਮੀ ਮੇਰਾ ਬਾਪ ਹੈ। ਹੁਣ ਸਾਰੀ ਹਕੀਕਤ ਮੇਰੇ ਸਾਹਮਣੇ ਸੀ। ਮੈਂ ਕੋਮਲ ਨੂੰ ਮਾਫ਼ ਕਰ ਦਿੱਤਾ। ਮੈਨੂੰ ਹੀ ਅਵੇ ਦਾ ਵੱਡਾ ਭਰਾ ਬਣਨਾ ਪਿਆ। ਮੈਂ ਉਸ ਨੂੰ ਤੇ ਰੌਸ਼ਨ ਨੂੰ ਆਪਣੇ ਘਰ ਲੈ ਆਇਆ। ਪਰ ਜਦੋਂ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਉਣਾ ਪੈਣਾ। ਹੁਣ ਹਸਪਤਾਲ ਵਿੱਚ ਉਹਨਾਂ ਨੂੰ ਹਰ ਹਫ਼ਤੇ ਮਨੋਚਿਕਿਤਸਕ ਦੁਆਰਾ ਵੀ ਇਲਾਜ ਕੀਤਾ ਜਾਣ ਲੱਗਿਆ, ਕਿਉਂਕਿ ਜੀਵਨ ਦੀਆਂ ਬਹੁਤ ਹੀ ਕੌੜੀਆਂ ਯਾਦਾਂ ਉਸ ਦੇ ਦਿਮਾਗ ਵਿੱਚ ਘਰ ਘਰ ਬੈਠੀਆਂ ਸੀ, ਜਿਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਮਿਟਾਉਣਾ ਜ਼ਰੂਰੀ ਸੀ। ਮੈਂ ਅਤੇ ਕੋਮਲ ਹਰ ਹਫ਼ਤੇ ਉਹਨਾਂ ਦੋਹਾਂ ਨੂੰ ਮਿਲਣ ਜਾਂਦੇ ਹਾਂ। ਹੁਣ ਉਹਨਾਂ ਵਿੱਚ ਕਾਫੀ ਤੇਜ਼ੀ ਨਾਲ ਸੁਧਾਰ ਆ ਰਿਹਾ, ਜਦਕਿ ਕੋਮਲ ਤਾਂ ਆਪਣੇ ਭਰਾ ਲਈ ਰਿਸ਼ਤਾ ਵੀ ਲੱਭਣ ਵਿੱਚ ਵਿਅਸਤ ਹੋ ਚੁੱਕੀ ਆ। ਜਿੱਥੋਂ ਤੱਕ ਕੋਮਲ ਦੇ ਪਿਤਾ ਜੀ ਦਾ ਸਵਾਲ ਆ, ਉਹ ਹਰ ਦਿਨ ਸਾਡੇ ਘਰੇ ਸਫਾਈ ਕਰਨ ਆਉਂਦੇ ਹਨ। ਮੈਂ ਕੋਮਲ ਨੂੰ ਬਹੁਤ ਸਮਝਾਉਣਾ ਕਿ ਉਹ ਉਸਦੇ ਪਿਤਾ ਜੀ ਹਨ, ਮਾਫ਼ ਕਰ ਦੇ, ਪਰ ਉਹ ਹਾਲੇ ਦਿਮਾਗੀ ਤੌਰ 'ਤੇ ਉਸ ਨੂੰ ਮਾਫ਼ ਕਰਨ ਲਈ ਤਿਆਰ ਹੀ ਨਹੀਂ।
ਹੁਣ ਤੁਸੀਂ ਦੱਸ ਦਿਓ ਕਿ ਕੋਮਲ ਨੂੰ ਆਪਣੇ ਪਿਤਾ ਜੀ ਨੂੰ ਮਾफ़ ਕਰ ਦੇਣਾ ਚਾਹੀਦਾ ਜਾਂ ਫਿਰ ਉਸੇ ਤਰ੍ਹਾਂ ਹੀ ਆਪਣੇ ਕੀਤੇ ਤੇ ਹੋਏ ਜ਼ੁਲਮਾਂ ਦਾ ਬਦਲਾ ਲੈਂਦੇ ਰਹਿਣਾ ਚਾਹੀਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।